ਗਰੁੱਪ ਵਿੱਚ ਜੋ ਸ਼ਬਦ ਪਾਇਆ ਹੋਇਆ ਹੈ, ਇਹ ਬਹੁਤ ਪੜ੍ਹਿਆ ਜਾਂਦਾ ਹੈ, ਬਹੁਤ ਗਾਇਆ ਵੀ ਜਾਂਦਾ ਹੈ, ਬਹੁਤ ਸੁਣਿਆ ਵੀ ਜਾਂਦਾ ਹੈ ਅਤੇ ਸਮਝਣ ਦੀ ਕੋਸ਼ਿਸ਼ ਵੀ ਬਹੁਤ ਕਰਦੇ ਹਨ, ਪਰ ਸਮਝ ਵਿੱਚ ਆਉਂਦਾ ਨਹੀਂ ਹੈ, ਆ ਨਹੀਂ ਸਕਦਾ। ਇਹਦੀਆਂ ਪਹਿਲੀਆਂ ਪੰਕਤੀਆਂ ਹਨ। जब हम होते तब तू नाही, अब तू ही मैं नाही, अनल अगम जैसे लहर में, ओधद जल केवल जल माही। ਤੇ ਇਹਦਾ ਅਕਸਰ ਅਰਥ ਵੀ ਕੀਤਾ ਜਾਂਦਾ ਹੈ। ਪੋਥੀਆਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਵੀ ਜਿੰਨਾ ਚਿਰ ਤੁਹਾਡਾ ਅਹੰਕਾਰ ਹੈ, ਅੰਦਰ ਹਉ ਹੈ, ਹਉਮੈ ਹੈ, ਉਨਾ ਚਿਰ ਪਰਮਾਤਮਾ ਨਹੀਂ। ਬਿਲਕੁਲ ਗਲਤ ਹੈ ਅਰਥ। ਰਵਿਦਾਸ ਜੀ ਕਹਿ ਰਹੇ ਹਨ, ਜਬ ਹਮ ਹੋਤੇ ਤਬ ਤੂ ਨਾਹੀਂ। ਪਰ ਸਮਝਣ ਵਾਲੇ ਸਮਝ ਰਹੇ ਹਨ, ਜਿੰਨਾ ਚਿਰ ਸਾਡੇ ਅੰਦਰ ਅਹੰਕਾਰ ਹੈ। ਤੁਸੀਂ ਆਪਣੇ ਅਹੰਕਾਰ ਨੂੰ ਆਪਣੇ ਨਾਲੋਂ ਜੁਦਾ ਦੇਖ ਰਹੇ ਹੋ, ਹਉ ਨੂੰ ਜੁਦਾ ਦੇਖਦੇ ਹੋ। ਇਹੋ ਹੀ ਸਮੱਸਿਆ ਹੈ। ਜਿਹਨੇ ਜਾਣਿਆ ਹੈ ਉਹਨੇ ਕਿਹਾ ਹੈ ਵੀ ਜਬ ਹਮ ਹੋਤੇ, ਜਦੋਂ ਰਵਿਦਾਸ ਸੀ ਨਾ, ਉਦੋਂ ਪਰਮਾਤਮਾ ਨਹੀਂ ਸੀ। ਹੁਣ ਪਰਮਾਤਮਾ ਹੀ ਹੈ, ਰਵਿਦਾਸ ਨਹੀਂ ਹੈ, ਮਿਟ ਗਿਆ। ਤੇ ਇਹਨਾਂ ਪੰਕਤੀਆਂ ਨੂੰ ਤੁਸੀਂ ਉਦੋਂ ਹੀ ਜਾਣੋਗੇ ਜਦੋਂ ਤੁਸੀਂ ਵੀ ਨਾ ਹੋ ਜਾਓ। ਸਿਰਫ ਸ਼ਬਦਾਂ ਦੇ ਤਲ 'ਤੇ ਅਰਥ ਸਮਝ ਲੈਣੇ, ਵਾਸਤਵਿਕ ਦੇ ਵਿੱਚ ਜੋ ਕਿਹਾ ਹੈ ਉਹਨੂੰ ਸਮਝ ਲੈਣਾ ਨਹੀਂ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਤੇ ਇਹਨਾਂ ਪੰਕਤੀਆਂ ਦੇ ਅਰਥ ਸਮਝਣੇ ਹਨ ਨਾ, ਤੇ ਹੇਠਲੀਆਂ ਪੰਕਤੀਆਂ ਨੂੰ ਸਮਝੋ, ਉਹਨਾਂ 'ਤੇ ਅਮਲ ਕਰੋ, ਤਾਂ ਤੁਸੀਂ ਉਸ ਅਵਸਥਾ 'ਤੇ ਪਹੁੰਚੋਗੇ ਜਿਹੜੀ ਅਵਸਥਾ 'ਤੇ ਇਹ ਸ਼ਬਦ ਕਿਹਾ ਗਿਆ ਹੈ, ਤਾਂ ਹੀ ਸਮਝੋਗੇ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨ ਤੈਸਾ। ਰਵਿਦਾਸ ਜੀ ਕਹਿ ਰਹੇ ਹਨ ਵੀ ਇਹੋ ਜਿਹਾ ਭਰਮ, ਭੁਲੇਖਾ, ਅਗਿਆਨਤਾ ਹੈ ਵੀ ਜਿਹੋ ਜਿਹਾ ਮੰਨ ਰਹੇ ਹਾਂ, ਜਿਹੋ ਜਿਹਾ ਸੋਚ ਰਹੇ ਹਾਂ, ਜਿਹੋ ਜਿਹਾ ਦੇਖ ਰਹੇ ਹਾਂ, ਵੈਸਾ ਨਹੀਂ ਹੈ। ਜੈਸਾ ਮਾਨੀਏ ਹੋਏ ਨਾ ਤੈਸਾ, ਵੈਸਾ ਨਹੀਂ ਹੈ। ਕਿਉਂ ਨਹੀਂ ਹੈ ਵੈਸਾ? ਅੱਗੇ ਪ੍ਰਮਾਣ ਦੇ ਕੇ ਸਮਝਾ ਰਹੇ ਹਨ। ਕਿਉਂ ਤੁਸੀਂ ਵੈਸਾ ਨਹੀਂ ਦੇਖ ਰਹੇ ਹੋ? ਕਿਉਂ ਨਹੀਂ ਵੈਸਾ ਦੇਖ ਰਿਹਾ ਹੈ? ਤੁਸੀਂ ਜੋ ਦੇਖ ਰਹੇ ਹੋ ਵੈਸਾ ਨਹੀਂ ਹੈ, ਕੁਛ ਹੋਰ ਹੈ। ਤੁਸੀਂ ਕਿਵੇਂ ਦੇਖ ਰਹੇ ਹੋ? ਅਗਲੀਆਂ ਪੰਕਤੀਆਂ 'ਚ ਸਮਝਣ ਦੀ ਕੋਸ਼ਿਸ਼ ਕਰੋ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਰਛੁਤ ਦੁਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਜਿਵੇਂ ਇੱਕ ਸਮਰਾਟ ਆਪਣੇ ਰਾਜ ਮਹਿਲ ਦੇ ਅੰਦਰ ਰਤਨ ਜੜਤ ਸਿੰਘਾਸਨ 'ਤੇ ਸੁੱਤਾ ਹੋਇਆ ਹੈ। ਹਰ ਸੁੱਖ ਸੁਵਿਧਾ, ਹਰ ਆਰਾਮ ਦੀ ਵਿਵਸਥਾ ਉੱਥੇ ਹੈ, ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ, ਤੇ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਤੇ ਸੁੱਤੇ ਸੁੱਤੇ ਨੂੰ ਹੀ ਸੁਪਨਾ ਆ ਰਿਹਾ ਹੈ ਵੀ ਮੇਰਾ ਸਾਰਾ ਹੀ ਰਾਜ ਖੁੱਸ ਗਿਆ ਤੇ ਮੈਂ ਭੀਖ ਮੰਗ ਰਿਹਾ ਹਾਂ। ਤੇ ਉਹ ਸਮਰਾਟ ਭੀਖ ਮੰਗ ਰਿਹਾ ਹੈ ਸੁਪਨੇ ਦੇ ਵਿੱਚ।
ਦਰ ਦਰ ਦੇ ਅੱਗੇ ਜਾਂਦਾ ਹੈ। ਕੁਛ ਖਾਣ ਵਾਸਤੇ ਮੰਗਦਾ, ਕੁਛ ਪਹਿਨਣ ਵਾਸਤੇ ਮੰਗਦਾ। ਬੜੀ ਤਰਸਯੋਗ ਹਾਲਤ ਹੈ। ਰੋ ਰਿਹਾ ਹੈ, ਕੁਛ ਕੋਲ ਨਹੀਂ, ਭੁੱਖਾ ਹੈ ਤੇ ਮੰਗ ਰਿਹਾ ਹੈ। ਪਰ ਸੁੱਤਾ ਹੋਇਆ ਆਪਣੇ ਸਿੰਘਾਸਨ ਤੇ ਹੈ, ਜਿੱਥੇ ਕੋਈ ਵੀ ਕਮੀ ਨਹੀਂ। ਤੇ ਰਵਿਦਾਸ ਜੀ ਕਹਿ ਰਹੇ ਹਨ, ਇਉਂ ਹੀ ਹੋ ਰਿਹਾ ਹੈ। ਤੁਹਾਡੇ ਅੰਦਰ ਵੀ ਉਹ ਸਿੰਘਾਸਨ ਹੈ, ਜਿਹਦੇ ਉੱਪਰ ਤੁਹਾਡੀ ਆਤਮਾ ਆਰਾਮ ਕਰ ਰਹੀ ਹੈ। ਉਹ ਸਿੰਘਾਸਨ ਅੰਦਰ ਮੌਜੂਦ ਹੈ, ਪਰਮ ਸਿੰਘਾਸਨ। ਪਰ ਤੁਸੀਂ ਬਾਹਰ ਸੰਸਾਰ ਦੇ ਵਿੱਚ ਭੀਖ ਮੰਗ ਰਹੇ ਹੋ, ਸੁੱਖ ਮੰਗ ਰਹੇ ਹੋ, ਸੁਵਿਧਾ ਮੰਗ ਰਹੇ ਹੋ। ਭਿਖਾਰੀ ਬਣੇ ਹੋਏ ਹੋ ਬਾਹਰ। ਕਿਉਂਕਿ ਤੁਸੀਂ ਅੰਦਰੋਂ ਸੁੱਤੇ ਹੋਏ ਹੋ। ਤੁਸੀਂ ਆਪਣੇ ਪ੍ਰਤੀ ਸੁੱਤੇ ਹੋਏ ਹੋ। ਜਿਵੇਂ ਸਮਰਾਟ ਰਾਜ ਮਹਿਲ ਦੇ ਅੰਦਰ ਸਿੰਘਾਸਨ 'ਤੇ ਸੁੱਤਾ ਹੋਇਆ ਹੈ, ਉਹਨੂੰ ਭੁੱਲ ਗਿਆ। ਤੇ ਬਾਹਰ ਭੀਖ ਜੋ ਮੰਗ ਰਿਹਾ ਹੈ ਨਾ, ਉਹ ਹੀ ਯਾਦ ਹੈ ਨਾ ਉਹਨੂੰ। ਤੇ ਸੁਪਨੇ ਦੇ ਵਿੱਚ ਤੇ ਸਭ ਕੁਛ ਉੱਦਾਂ ਹੀ ਲੱਗਦਾ ਹੈ, ਸੱਚ ਹੀ ਪ੍ਰਤੀਤ ਹੁੰਦਾ ਹੈ। ਤੇ ਗਿੜਗੜਾ ਰਿਹਾ ਹੈ, ਰੋ ਰਿਹਾ ਹੈ, ਮੰਗ ਰਿਹਾ ਹੈ, ਤਰਲੇ ਪਾ ਰਿਹਾ ਹੈ। ਪਰ ਉਹ ਭੁੱਲ ਗਿਆ ਆਪਣੇ ਸਿੰਘਾਸਨ ਨੂੰ, ਆਪਣੇ ਰਾਜ ਨੂੰ। ਇਵੇਂ ਹੀ ਤੁਸੀਂ ਆਪਣੇ ਰਾਜ ਨੂੰ, ਆਪਣੇ ਸਿੰਘਾਸਨ ਨੂੰ, ਅੰਦਰਲੇ ਨੂੰ, ਜਿਹੜਾ ਪਰਮਾਤਮਾ ਦਾ ਸਿੰਘਾਸਨ ਹੈ, ਪਰਮ ਸਿੰਘਾਸਨ ਹੈ, ਉਹਦੇ ਪ੍ਰਤੀ ਤੁਸੀਂ ਸੁੱਤੇ ਹੋਏ ਹੋ, ਅੰਦਰੋਂ ਸੁੱਤੇ ਹੋਏ ਹੋ। ਤੇ ਬਾਹਰ ਦੇ ਪ੍ਰਤੀ ਜਾਗ ਰਹੇ ਹੋ, ਇਹਨੂੰ ਹੀ ਸੁਪਨਾ ਕਿਹਾ ਹੈ। ਤੁਸੀਂ ਸੰਸਾਰ ਦੇ ਪ੍ਰਤੀ ਜਾਗ ਰਹੇ ਹੋ, ਆਪਣੇ ਪ੍ਰਤੀ ਸੁੱਤੇ ਹੋਏ ਹੋ। ਤੁਸੀਂ ਕੌਣ ਹੋ, ਤੁਸੀਂ ਨਹੀਂ ਜਾਣ ਰਹੇ ਹੋ। ਜਿਵੇਂ ਸਮਰਾਟ ਭੀਖ ਮੰਗ ਰਿਹਾ ਹੈ, ਤੇ ਭੀਖ ਮੰਗਦੇ ਨੂੰ ਕੋਈ ਪੁੱਛ ਲਵੇ ਤੂੰ ਕੌਣ ਹੈ, ਤੂੰ ਤੇ ਭਿਖਾਰੀ ਸਮਝਦਾ ਹੈ ਨਾ ਆਪਣੇ ਆਪ ਨੂੰ, ਕਹੂਗਾ ਮੈਂ ਭਿਖਾਰੀ। ਆਪਣੇ ਆਪ ਨੂੰ ਤੇ ਜਾਣ ਨਹੀਂ ਰਿਹਾ, ਕਿਉਂਕਿ ਸੁੱਤਾ ਹੋਇਆ ਹੈ। ਇੱਦਾਂ ਹੀ ਤੁਸੀਂ ਅੰਦਰੋਂ ਸੁੱਤੇ ਹੋਏ ਹੋ, ਆਪਣੇ ਆਪ ਨੂੰ ਤੇ ਜਾਣਦੇ ਨਹੀਂ ਤੁਸੀਂ ਵੀ ਪਰਮਾਤਮਾ ਦੇ ਪੁੱਤਰ ਹੋ, ਪਰਮ ਸਿੰਘਾਸਨ ਦੇ ਮਾਲਕ ਹੋ। ਤੁਸੀਂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਕੀ ਜੀਆਂ ਕਾ ਦਾਤਾਰੇ, ਉਹਦੇ ਬੱਚੇ ਹੋ। ਸਿੰਘਾਸਨ ਤੁਹਾਡਾ ਹੈ, ਪਰ ਉਹਦੇ ਪ੍ਰਤੀ ਤੁਸੀਂ ਸੁੱਤੇ ਹੋਏ, ਉਹਦਾ ਤੁਹਾਨੂੰ ਪਤਾ ਨਹੀਂ। ਤੇ ਸੰਸਾਰ ਦੇ ਪ੍ਰਤੀ ਜਾਗ ਰਹੇ ਹੋ। ਤੇ ਜਿਹਦੇ ਪ੍ਰਤੀ ਤੁਸੀਂ ਜਾਗ ਰਹੇ ਹੋ, ਇਹ ਸੁਪਨਾ ਹੈ। ਤੇ ਸੁਪਨੇ ਨੂੰ ਤੋੜਨਾ ਹੈ। ਤੇ ਸੁਪਨੇ ਨੂੰ ਤੋੜਨ ਵਾਸਤੇ ਜੋ ਤੁਸੀਂ ਕਰ ਰਹੇ ਹੋ ਸੁਪਨੇ ਦੇ ਵਿੱਚ, ਇਹਨੂੰ ਸਾਰੇ ਨੂੰ ਹੀ ਗਲਤ ਕਹਿਣਾ ਪੈਂਦਾ ਹੈ। ਦੇਖੋ ਕਮਾਲ ਦੀ ਗੱਲ। ਵੀ ਅਗਰ ਤੁਹਾਨੂੰ ਜਗਾਉਣਾ ਹੈ ਤੇ ਤੁਹਾਡੇ ਤੇ ਚੋਟ ਕਰਨੀ ਪੈਂਦੀ ਹੈ, ਤਾਂ ਹੀ ਜਾਗੋਗੇ ਨਾ। ਕਈ ਪ੍ਰੇਮੀ ਸੋਚਦੇ ਵੀ ਹਨ, ਕਹਿੰਦੇ ਵੀ ਹਨ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਵੀ ਲੋਕ ਨਾਰਾਜ਼ ਹੋ ਜਾਂਦੇ ਹਨ, ਕਈ ਗੁੱਸੇ 'ਚ ਆ ਜਾਂਦੇ ਹਨ। ਪਰ ਤੁਸੀਂ ਸਮਝ ਨਹੀਂ ਨਾ ਰਹੇ ਹੋ। ਇੱਧਰ ਜਗਾਇਆ ਜਾ ਰਿਹਾ ਹੈ। ਜਦੋਂ ਕਿਸੇ ਨੂੰ ਜਗਾਉਣਾ ਹੋਵੇ ਨਾ, ਤਾਂ ਉਦੋਂ ਕੀ ਕਰਨਾ ਪੈਂਦਾ ਹੈ। ਜਿਵੇਂ ਕੋਈ ਬੱਚਾ ਸੁੱਤਾ ਹੋਇਆ ਹੈ ਤਾਂ ਮਾਂ ਉਹਨੂੰ ਜਗਾਉਂਦੀ ਹੈ।
ਪਹਿਲਾਂ ਉਹਨੂੰ ਪਿਆਰ ਨਾਲ ਕਹਿੰਦੀ ਆ, ਉਹ ਜਾਗਦਾ ਨਹੀਂ, ਫਿਰ ਹਲੂਣਾ ਦਿੰਦੀ ਹੈ, ਫਿਰ ਉਹਨੂੰ ਮਾਰਨਾ ਵੀ ਪਵੇ, 1-2 ਥੱਪੜ ਤੇ ਮਾਰਦੀ ਵੀ ਹੈ ਵੀ ਉੱਠ, ਤੂੰ ਉੱਠਣਾ ਨਹੀਂ ਹੈ। ਤੇ ਕੁਛ ਚਿਰ ਦੇਖਦੀ ਹੈ, ਜੇ ਨਹੀਂ ਉੱਠਦਾ ਹੈ ਤੇ ਫਿਰ ਉਠਾਉਂਦੀ ਹੈ, ਵਾਰ-ਵਾਰ ਉਠਾਉਂਦੀ, ਵਾਰ-ਵਾਰ ਉੱਤੇ ਚੋਟ ਕਰਦੀ ਵੀ ਉੱਠ। ਪਿਆ ਤੇ ਨਹੀਂ ਰਹਿਣ ਦਿੰਦੀ ਹੈ ਆਪਣੇ ਬੱਚੇ ਨੂੰ, ਜਗਾਉਂਦੀ ਹੈ ਨਾ। ਇੱਦਾਂ ਹੀ ਪਰਮ ਪੁਰਖ ਇਹ ਸੰਸਾਰ ਦੇ ਵਿੱਚ ਸੁੱਤੇ ਹੋਏ ਜੀਵਾਂ ਨੂੰ ਜਗਾਉਂਦੇ ਹਨ, ਅਤੇ ਜਦੋਂ ਉਹ ਜਗਾਉਂਦੇ ਹਨ ਤਾਂ ਵੈਸਾ ਹੀ ਕੰਮ ਕਰਦੇ ਹਨ, ਚੋਟ ਕਰਦੇ ਹਨ, ਹਿਲਾਉਂਦੇ ਹਨ, ਝੰਜੋਰਦੇ ਹਨ, ਉਠਾਉਂਦੇ ਹਨ ਵੀ ਉੱਠੋ, ਜਾਗੋ, ਦੇਖੋ ਤੁਸੀਂ ਸਮਰਾਟ ਦੇ ਪੁੱਤਰ ਹੋ, ਤੁਸੀਂ ਜੈਸਾ ਦੇਖ ਰਹੇ ਹੋ ਵੈਸਾ ਹੈ ਨਹੀਂ, ਤੁਸੀਂ ਭਿਖਾਰੀ ਨਹੀਂ ਹੋ, ਤੁਸੀਂ ਬਾਹਰ ਸੰਸਾਰ 'ਚ ਸੁੱਖ ਮੰਗ ਰਹੇ ਹੋ, ਭੀਖ ਮੰਗ ਰਹੇ ਹੋ, ਸੁੱਖਾਂ ਦਾ ਖਜ਼ਾਨਾ ਤੁਹਾਡੇ ਅੰਦਰ ਹੈ। ਅਤੇ ਉਹ ਜਗਾਉਂਦੇ ਹਨ, ਅਤੇ ਜਦੋਂ ਉਹ ਜਗਾਉਂਦੇ ਹਨ ਤਾਂ ਨਾਰਾਜ਼ਗੀ ਤਾਂ ਹੁੰਦੀ ਹੈ ਨਾ। ਬੱਚਾ ਵੀ ਨਾਰਾਜ਼ ਹੁੰਦਾ ਹੈ ਜਦੋਂ ਮਾਂ ਜਗਾਉਂਦੀ। ਕਈ ਬੱਚੇ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ, ਗੁੱਸੇ 'ਚ ਆ ਜਾਂਦੇ ਹਨ, ਗਾਲਾਂ ਵੀ ਕੱਢਦੇ ਹਨ। ਫਿਰ ਵੀ ਮਾਂ ਤਾਂ ਜਗਾਉਂਦੀ ਹੈ ਨਾ, ਸਾਰੀ ਦਿਹਾੜੀ ਤਾਂ ਨਹੀਂ ਪਿਆ ਰਹਿਣ ਦਿੰਦੀ। ਇਵੇਂ ਹੀ ਦੇਖੋ ਪਰਮ ਪੁਰਖ ਜਗਾਉਂਦੇ ਰਹੇ ਹਨ, ਭਾਵੇਂ ਲੋਕ ਬਹੁਤ ਜ਼ਿਆਦਾ ਨਾਰਾਜ਼ ਵੀ ਹੁੰਦੇ ਰਹੇ ਹਨ। ਉਹਨਾਂ ਨੂੰ ਸੂਲੀਆਂ 'ਤੇ ਵੀ ਟੰਗ ਦਿੱਤਾ। ਸੁਕਰਾਤ ਨੂੰ ਕਹਿੰਦੇ ਜਦੋਂ ਜ਼ਹਿਰ ਪਿਆਉਣ ਲੱਗੇ ਸੀ ਨਾ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਜ਼ਹਿਰ ਅਸੀਂ ਨਹੀਂ ਪਿਆਉਂਦੇ ਹਾਂ, ਅਗਰ ਤੁਸੀਂ ਲੋਕਾਂ ਨੂੰ ਉਪਦੇਸ਼ ਦੇਣਾ ਬੰਦ ਕਰ ਦਿਓ, ਉਪਦੇਸ਼ ਨਾ ਦਿਓ ਤਾਂ ਅਸੀਂ ਜ਼ਹਿਰ ਨਹੀਂ ਪਿਆਉਂਦੇ। ਸੁਕਰਾਤ ਕਹਿੰਦਾ ਵੀ ਇਹ ਤਾਂ ਹੋ ਨਹੀਂ ਸਕਦਾ, ਵੀ ਮੈਂ ਤਾਂ ਉਪਦੇਸ਼ ਦੇਵਾਂਗਾ ਹੀ, ਮੈਂ ਜੋ ਜਾਣਿਆ ਹੈ ਉਹਨੂੰ ਵੰਡੂੰਗਾ ਹੀ, ਮੈਂ ਤਾਂ ਲੋਕਾਂ ਨੂੰ ਜਗਾਊਂਗਾ ਹੀ। ਅਤੇ ਜੇ ਮੈਂ ਜਗਾ ਨਹੀਂ ਸਕਦਾ ਹਾਂ ਤਾਂ ਫਿਰ ਸਰੀਰ ਦਾ ਕੀ ਲਾਭ, ਕੀ ਉਪਯੋਗ ਫਿਰ ਸਰੀਰ ਦਾ? ਫਿਰ ਤਾਂ ਉਪਯੋਗ ਹੀ ਕੋਈ ਨਾ ਹੋਇਆ ਜੇ ਮੈਂ ਜਗਾ ਨਹੀਂ ਸਕਦਾ ਕਿਸੇ ਨੂੰ। ਤੁਸੀਂ ਮੈਨੂੰ ਜ਼ਹਿਰ ਹੀ ਦੇ ਦਿਓ, ਜ਼ਹਿਰ ਖਾਣ ਨੂੰ ਤਿਆਰ ਹੋ ਗਏ, ਵੀ ਫਿਰ ਉਪਯੋਗ ਹੀ ਕੋਈ ਨਹੀਂ ਸਰੀਰ ਦਾ, ਵੀ ਮੈਂ ਜਗਾ ਨਹੀਂ ਸਕਦਾ ਕਿਸੇ ਨੂੰ। ਤੋ ਭਾਵੇਂ ਲੋਕ ਨਾਰਾਜ਼ ਵੀ ਹੁੰਦੇ ਹਨ, ਹੋਣਗੇ ਹੀ ਨਾਰਾਜ਼। ਅਗਰ ਕਿਸੇ 'ਤੇ ਚੋਟ ਕਰੋਗੇ, ਤੁਸੀਂ ਜਗਾਓਗੇ ਅਤੇ ਨਾਰਾਜ਼ ਤਾਂ ਹੋਊਗਾ ਹੀ, ਸੁਭਾਵਿਕ ਹੀ ਹੈ। ਇਹਦੇ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਹੈ। ਕਈ ਪ੍ਰੇਮੀ ਸੋਚਣ ਲੱਗ ਜਾਂਦੇ ਹਨ ਵੀ ਲੋਕ ਬਹੁਤ ਜ਼ਿਆਦਾ ਕਈ ਨਾਰਾਜ਼ ਹੁੰਦੇ ਹਨ। ਇੱਕ ਗੱਲ ਖਿਆਲ ਵਿੱਚ ਰੱਖਿਓ, ਜਿਹੜਾ ਆਦਮੀ ਜ਼ਿਆਦਾ ਨਾਰਾਜ਼ ਹੋ ਰਿਹਾ ਹੈ ਨਾ, ਸਮਝ ਲੈਣਾ ਚਾਹੀਦਾ ਉਹਦੇ 'ਤੇ ਜ਼ਿਆਦਾ ਚੋਟ ਲੱਗੀ, ਤਾਂ ਹੀ ਜ਼ਿਆਦਾ ਨਾਰਾਜ਼ ਹੋ ਰਿਹਾ, ਤਾਂ ਉਹਦੀ ਜਾਗਣ ਦੀ ਸੰਭਾਵਨਾ ਜ਼ਿਆਦਾ ਹੈ। ਜਿਹੜੇ ਬਿਲਕੁਲ ਹੀ ਨਾਰਾਜ਼ ਨਹੀਂ ਹੁੰਦੇ ਹਨ, ਸਮਝ ਲੈਣਾ ਚਾਹੀਦਾ ਉਹਨਾਂ 'ਤੇ ਚੋਟ ਹੀ ਨਹੀਂ ਲੱਗਦੀ। ਉਹ ਸੁਣਦੇ ਹੀ ਨਹੀਂ ਹਨ, ਜਿਵੇਂ ਕਈ ਕੰਨ ਵੀ ਲੇਟ ਲੈਂਦੇ ਹਨ ਵੀ ਕਹੀ ਜਾਓ ਅਸੀਂ ਉੱਠਣਾ ਹੀ ਨਹੀਂ। ਅਤੇ ਜਿਹੜੇ ਸੁਣਦੇ ਹਨ ਉਹਨਾਂ 'ਤੇ ਚੋਟ ਲੱਗਦੀ ਹੈ, ਨਾਰਾਜ਼ ਹੁੰਦੇ ਹਨ, ਸੁਭਾਵਿਕ ਹੀ ਹੈ, ਕ੍ਰੋਧ ਆਉਂਦਾ ਹੈ। ਇੰਨੇ ਚਿਰ ਦੇ ਸੰਸਕਾਰ ਹਨ ਧਾਰਮਿਕ, ਇੱਕਦਮ ਤਾਂ ਨਹੀਂ ਨਿਕਲ ਜਾਣਗੇ। ਤਾਂ ਉਹਨਾਂ ਨੂੰ ਲੱਗਦਾ ਹੈ ਸਾਡੇ ਧਰਮ ਦੇ ਵਿਰੁੱਧ ਬੋਲਿਆ ਜਾ ਰਿਹਾ ਹੈ, ਤੋ ਤਿਲਮਿਲਾ ਉੱਠਦੇ ਹਨ, ਕਈ ਗਾਲਾਂ ਵੀ ਕੱਢਦੇ ਹਨ, ਨਾਰਾਜ਼ ਵੀ ਜ਼ਿਆਦਾ ਹੁੰਦੇ ਹਨ। ਖਿਆਲ ਵਿੱਚ ਰੱਖੋ, ਜਿਹੜੇ ਜ਼ਿਆਦਾ ਨਾਰਾਜ਼ ਹੁੰਦੇ ਹਨ ਨਾ, ਉਹਨਾਂ ਨੂੰ ਜ਼ਿਆਦਾ ਰਿਕਾਰਡਿੰਗਾਂ ਪਾਇਆ ਕਰੋ ਤੁਸੀਂ। ਅਗਰ ਤੁਸੀਂ ਉਹਨਾਂ ਨੂੰ ਬੁਰੇ ਸਮਝਦੇ ਹੋ ਵੀ ਉਹ ਬੁਰਾ ਭਲਾ ਬੋਲਦੇ ਹਨ, ਨਾਰਾਜ਼ ਹੁੰਦੇ ਹਨ, ਗਾਲਾਂ ਕੱਢਦੇ ਹਨ, ਮੈਨੂੰ ਤਾਂ ਕੋਈ ਗਾਲ ਲੱਗਦੀ ਹੀ ਨਹੀਂ ਹੈ, ਕਿਉਂਕਿ ਜਿਹਨੂੰ ਉਹ ਗਾਲਾਂ ਕੱਢ ਰਹੇ ਹਨ ਉਹ ਮੈਂ ਹੈ ਨਹੀਂ। ਪਰ ਉਹਨਾਂ 'ਤੇ ਤਰਸ ਕਰੋ। ਕਹਿੰਦੇ ਨਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਉਹਨਾਂ ਦਾ ਭਲਾ ਕਰੋ। ਉਹ ਜਾਗਣ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਵੀ ਲਾਭ ਹੋਵੇਗਾ।
ਜਗਾਉਣਾ ਹੈ। ਤੇ ਪਰਮ ਪੁਰਖ ਉਵੇਂ ਹੀ ਕਰਦੇ ਹਨ ਜਿਵੇਂ ਮਾਂ ਬੱਚੇ ਨੂੰ ਜਗਾਉਣ ਵਾਸਤੇ ਕਰਦੀ ਹੈ। ਬੱਚਾ ਭਾਵੇਂ ਗਾਲਾਂ ਵੀ ਕੱਢੀ ਜਾਵੇ ਤਾਂ ਵੀ ਉਹਨੂੰ ਸਾਰੀ ਦਿਹਾੜੀ ਪਿਆ ਨਹੀਂ ਰਹਿਣ ਦਿੰਦੀ ਹੈ। ਤਰਸ ਆਉਂਦਾ ਹੈ ਵੀ ਇਹ ਪਿਆ ਪਿਆ ਨਲਾਇਕ ਆਪਣਾ ਜੀਵਨ ਖਰਾਬ ਕਰ ਰਿਹਾ ਹੈ, ਉੱਠੇ ਕਰੇ ਕੁਛ। ਇੱਦਾਂ ਹੀ ਪਰਮ ਪੁਰਖਾਂ ਦੇ ਅੰਦਰ ਦਇਆ ਹੁੰਦੀ ਹੈ। ਉਹ ਜਗਾਉਂਦੇ ਹਨ, ਭਾਵੇਂ ਨਾਰਾਜ਼ ਵੀ ਹੋਈ ਜਾਣ ਲੋਕ, ਹੋਣਗੇ। ਦਰਅਸਲ ਜਿਹੜੇ ਬਾਹਰ ਪ੍ਰਚਾਰ ਕਰਦੇ ਹਨ ਨਾ, ਬਾਹਰ ਮੁਖੀ ਲੋਕ ਹਨ, ਜਾਗੇ ਹੋਏ ਨਹੀਂ ਹਨ। ਉਹ ਪ੍ਰਚਾਰ ਦੁਆਰਾ ਜ਼ਿਆਦਾ ਸਵਾਉਂਦੇ ਹਨ ਲੋਕਾਂ ਨੂੰ, ਉਹ ਜਗਾਉਂਦੇ ਥੋੜ੍ਹੀ ਹਨ। ਉਹ ਤੇ ਜੋ ਤੁਸੀਂ ਕਰ ਰਹੇ ਹੋ, ਜਿਵੇਂ ਤੁਸੀਂ ਕਰ ਰਹੇ ਹੋ ਉਵੇਂ ਹੀ ਤੁਹਾਡੀ ਸ਼ਲਾਘਾ ਕਰੀ ਜਾਣਗੇ। ਬੜਾ ਗੁਰਮੁਖ ਪਿਆਰਾ ਹੈ, ਬੜਾ ਭਗਤ ਹੈ, ਬੜਾ ਚੰਗਾ ਹੈ, ਬੜੀ ਪਾਠ ਪੂਜਾ ਕਰਦਾ। ਉਹ ਤੇ ਜ਼ਿਆਦਾ ਸਵਾਉਂਦੇ ਹਨ, ਕਿਉਂਕਿ ਸੁੱਤਾ ਹੋਇਆ ਮਨੁੱਖ ਸਵਾਉਂਦਾ ਹੀ ਹੈ। ਤੇ ਲੋਕ ਸੋਚਦੇ ਹਨ ਬੜੇ ਸਲੀਕੇ ਨਾਲ ਬੋਲਦੇ ਹਨ, ਭਈ ਦੇਖੋ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਹਨ। ਉਹਨਾਂ ਨੂੰ ਪ੍ਰਯੋਜਨ ਹੀ ਨਹੀਂ ਹੈ ਕਿਸੇ ਨਾਲ। ਉਹਨਾਂ ਨੂੰ ਤਾਂ ਇਹੋ ਹੀ ਹੈ ਵੀ ਸਾਨੂੰ ਵੱਧ ਤੋਂ ਵੱਧ ਸੁਣਨ ਅਤੇ ਸਾਡੇ ਨਾਲ ਜੁੜਨ। ਤੋ ਤੇ ਉਸ 'ਤੇ ਕਰਦੇ ਹਨ, ਸਰੂਪ ਪਾਉਂਦੇ ਹਨ। ਦੇਖੋ ਗੁਰਮੁਖ ਪਿਆਰਾ ਕਿੰਨਾ ਪਾਠ ਕਰਦਾ, ਕਿੰਨੀ ਪੂਜਾ ਕਰਦਾ, ਉਹੀ ਉਸਤਤ ਕਰੀ ਜਾਣੀ। ਤੋ ਤੇ ਜ਼ਿਆਦਾ ਸਵਾਉਂਦੇ ਹਨ। ਇਹ ਬਾਹਰ ਜੋ ਤੁਸੀਂ ਦੇਖ ਰਹੇ ਹੋ ਨਾ ਪ੍ਰਚਾਰਕ, ਇਹ ਸੁੱਤੇ ਜਗਾਉਣਗੇ ਕਿਵੇਂ? ਸਵਾਉਣਗੇ ਹੀ ਨਾ। ਇਹਨਾਂ ਦਾ ਪ੍ਰਚਾਰ ਚੰਗਾ ਲੱਗਦਾ ਹੈ ਕਿਉਂਕਿ ਇਹਨਾਂ ਨੂੰ ਮਤਲਬ ਨਹੀਂ ਹੈ ਤੁਹਾਡੇ ਨਾਲ, ਤੇ ਜਗਾਉਂਦੇ ਨਹੀਂ ਹੈ। ਪਰਮ ਪੁਰਖ ਤੁਹਾਨੂੰ ਜਗਾਉਂਦੇ ਹਨ, ਇਸ ਕਰਕੇ ਚੋਟ ਕਰਦੇ ਹਨ। ਉਹ ਦਿਆਲੂ ਹਨ, ਕਿਰਪਾਲੂ ਹਨ, ਬੜੀ ਦਇਆ ਕਰਦੇ ਹਨ। ਤੁਸੀਂ ਨਾਰਾਜ਼ ਵੀ ਹੁੰਦੇ ਹੋ ਤਾਂ ਵੀ ਉਹ ਤੁਹਾਡਾ ਭਲਾ ਹੀ ਕਰਦੇ।